ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਡਾਕਟਰ ਹਰਜਿੰਦਰਪਾਲ ਸਿੰਘ ਵਾਲੀਆ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਵਾਲੀਆ ਸਾਹਿਬ। ਸ਼ੁਕਰੀਆ ਜੀ ਸੁਖਵਿੰਦਰ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਸਰ। ਸਭ ਤੋਂ ਪਹਿਲਾ ਸਵਾਲ ਜਿਹੜਾ ਆ ਵਾਲੀਆ ਸਾਹਿਬ, ਉਹ ਬੇਅਦਬੀ ਦੇ ਮਸਲੇ ਨਾਲ ਜੁੜਦਾ। ਪਿਛਲੇ ਦਿਨਾਂ ਦੇ ਵਿੱਚ ਅਮਰੀਕ ਸਿੰਘ ਅਜਨਾਲਾ ਜਿਹੜੇ ਨੇ ਮੁਤਵਾਜ਼ੀ ਜਥੇਦਾਰ ਵੀ ਰਹੇ ਨੇ, ਉਹਨਾਂ ਨੇ ਕਿਹਾ ਸੀ ਕਿ ਅਸੀਂ ਮੁੱਖ ਮੰਤਰੀ ਦੀ ਕੋਠੀ ਘੇਰਾਂਗੇ ਸੰਗਰੂਰ ਦੇ ਵਿੱਚ 5 ਤਰੀਕ ਤੋਂ। ਉਦੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੇ ਹੱਥ ਦੇ ਵਿੱਚ ਰਿਪੋਰਟ ਦੇ ਦਿੱਤੀ ਹੈ ਕਿ ਆਹ ਰਿਪੋਰਟ SIT ਨੇ ਸਾਡੇ ਤੱਕ ਪਹੁੰਚਾਈ ਹੈ, ਜਿਹੜੀ ਇਹਨਾਂ ਨੇ ਬਣਾਈ ਸੀ ਆ ਕੇ। ਤੇ ਉਹਨੇ ਰਾਮ ਰਹੀਮ ਨੂੰ ਉਸ ਰਿਪੋਰਟ ਵਿੱਚ ਘੇਰਿਆ। ਸਿਆਸੀ ਲੋਕਾਂ ਬਾਰੇ ਜਾਂ ਪੁਲਿਸ ਦੇ ਬਾਰੇ ਕੋਈ ਵੀ ਉਹਦੇ ਵਿੱਚ ਟਿੱਪਣੀ ਜਾਂ ਉਸ ਤਰੀਕੇ ਦੀ ਮੈਂ ਵਕੀਲ ਸਾਹਿਬ ਨੂੰ, ਤੁਸੀਂ ਵੀ ਸੁਣਿਆ ਹੋਣਾ, ਸੁਣ ਰਿਹਾ ਸੀ, ਜਿਹੜੇ ਪਰਿਵਾਰ ਵਾਲੇ ਨੇ, ਜਿਹੜੇ ਉੱਥੇ ਗੋਲੀ ਕਾਂਡ ਦੌਰਾਨ, ਬਹਿਬਲ ਕਲਾਂ ਗੋਲੀ ਕਾਂਡ ਦੌਰਾਨ ਜਾਂ ਉੱਥੇ ਬੇਅਦਬੀ ਵੇਲੇ ਮਾਰੇ ਗਏ, ਉਹ ਸ਼ਹੀਦ ਹੋਏ, ਉਹਨਾਂ ਦੇ ਬੱਚੇ ਜਿਹੜੇ ਨੇ, ਉਹ ਪਰਿਵਾਰ ਜਿਹੜੇ ਸਾਹਮਣੇ ਆ ਕੇ ਕਹਿ ਰਹੇ ਨੇ ਕਿ ਅਮਰੀਕ ਸਿੰਘ ਅਜਨਾਲਾ ਹੋਰਾਂ ਨੂੰ ਜਾਂ ਜਿਹੜੀਆਂ ਧਿਰਾਂ ਉੱਥੇ ਪਹੁੰਚੀਆਂ, ਉਹ ਤਾਂ ਕਦੇ ਆ ਕੇ ਇੱਥੇ ਮੋਰਚੇ ਵਿੱਚ ਨਹੀਂ ਬੈਠੀਆਂ। ਤਾਂ ਬਹੁਤ ਸਵਾਲ ਖੜੇ ਹੁੰਦੇ ਨੇ ਕਿ ਅਗਲੇ ਦਿਨਾਂ ਦੇ ਵਿੱਚ ਬਹਿਬਲ ਕਲਾਂ ਕਾਂਡ ਨੂੰ ਲੈ ਕੇ ਵੀ ਹਾਈ ਕੋਰਟ ਦੇ ਵਿੱਚੋਂ ਸ਼ਾਇਦ ਕੋਈ ਜਿਹੜਾ ਫੈਸਲਾ ਆਉਣ ਦੀ ਉਮੀਦ ਸੀਗੀ, ਤੇ ਉਦੋਂ ਪਹਿਲਾਂ ਕਿਤੇ ਕੁਝ ਗੋਲਮੋਲ ਤਾਂ ਨਹੀਂ? ਬਿਲਕੁਲ ਕੁਛ ਤਾਂ ਹੈ। ਇਹਦੇ ਕਈ ਪੱਖ ਨੇ। ਇੱਕ ਪੱਖ ਤਾਂ ਇਹ ਵੀ ਹੋ ਸਕਦਾ ਹੈ ਕਿ ਹਾਈ ਕੋਰਟ ਦੇ ਵਿੱਚ 29 ਜੂਨ ਨੂੰ ਸੁਣਵਾਈ ਹੋਣੀ ਹੈ ਬਹਿਬਲ ਕਲਾਂ ਦੀ, ਇਹ ਵੀ ਹੋ ਸਕਦਾ। ਲੇਕਿਨ ਦੂਜਾ ਪੱਖ ਵੀ ਇਗਨੋਰ ਨਾ ਕਰੀਏ ਕਿ ਤਰਲੇ ਮਾਰੇ ਸੀ ਕੰਵਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕਿ ਜੀ ਮੈਨੂੰ ਤੁਸੀਂ 10 ਮਿੰਟ ਬੋਲਣ ਦਿਓ ਜਾਂ ਤੁਸੀਂ 30 ਮਿੰਟ ਸੈਸ਼ਨ ਦੇ ਵਿੱਚ ਰੱਖ ਲਓ, ਆਪਾਂ ਬੇਅਦਬੀ ਤੇ ਗੱਲ ਕਰੀਏ, ਆਪਾਂ ਇਸ ਮੁੱਦੇ ਤੇ ਸਰਕਾਰ ਬਣਾਈ ਆ, ਆਪਾਂ ਵਾਅਦੇ ਕੀਤੇ ਸੀ ਇਨਸਾਫ ਦੇਣ ਦੇ। ਕੰਵਰ ਵਿਜੇ ਪ੍ਰਤਾਪ ਨੇ ਬਹੁਤ ਵੱਡੇ ਪੱਧਰ ਤੇ ਉਹਦੀ ਗੱਲ ਲੋਕਾਂ 'ਚ ਗਈ ਤੇ ਲੋਕਾਂ ਨੂੰ ਸਪੋਰਟ ਮਿਲੀ ਤੇ ਲੋਕ ਇਹ ਸਮਝਣ ਵੀ ਲੱਗ ਗਏ ਵੀ ਜੇ ਉਹਦੇ ਨਾਲ ਇਹਨਾਂ ਨੇ ਐਂ ਇਗਨੋਰ ਕਰਦੇ ਰਹੇ, ਕਿਤੇ ਬਗਾਵਤ ਵਾਲੀ ਗੱਲ ਉੱਥੋਂ ਹੀ ਨਾ ਸ਼ੁਰੂ ਹੋ ਜੇ ਕਿ ਅੰਦਰੋਂ ਅੰਦਰੀ ਤਾਂ ਬਹੁਤ ਸਾਰੇ MLA ਦੁਖੀ ਨੇ। 92 MLA ਨੂੰ ਸਾਂਭਣਾ ਬਹੁਤ ਔਖਾ ਹੈ। ਪਹਿਲਾਂ 20 ਨਹੀਂ ਸਾਂਭ ਸਕੇ ਸੀ ਇਹ, ਤਾਂ ਹੁਣ ਤਾਂ ਹੈ ਹੀ 92 ਤੇ 20 ਚੋਂ ਵੀ 8-10 ਚਲੇ ਗਏ ਸੀ। ਤੇ ਹੁਣ ਭਾਰਤੀ ਜਨਤਾ ਪਾਰਟੀ ਸੇਧ ਲਾਉਣ ਨੂੰ ਤਿਆਰ ਹੀ ਰਹਿੰਦੀ ਹੈ, ਆਪਾਂ ਦੇਖਿਆ ਮਹਾਰਾਸ਼ਟਰ ਦੇ ਵਿੱਚ। ਸੋ ਇੱਕ ਤਾਂ ਬੇਅਦਬੀ ਦਾ ਜਿਹੜਾ ਮਸਲਾ ਕੰਵਰ ਵਿਜੇ ਪ੍ਰਤਾਪ ਨੇ ਉਠਾਇਆ ਸੀ। ਦੂਜੀ ਗੱਲ, ਇਹਨਾਂ ਨੇ 3 ਮਹੀਨੇ ਦਾ ਵਾਅਦਾ ਵੀ ਜਦੋਂ ਵਕੀਲ ਭੇਜੇ ਸੀ ਉਦੋਂ ਕੀਤਾ ਸੀ ਕਿ ਜਦ ਤੁਸੀਂ ਆ ਨੈਸ਼ਨਲ ਹਾਈਵੇ ਤੋਂ ਖੜੋ ਤੇ ਅਸੀਂ ਇਹਦੀ ਗੱਲ ਕਰਾਂਗੇ। ਤੇ ਹੁਣ ਜਿਹੜੇ ਇਹ ਸਿੱਟ ਕਈ ਬਣੀਆਂ, ਉਹਨਾਂ ਚੋਂ ਜਿਹੜੀ ਲੇਟੈਸਟ ਸਿੱਟ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਦੇ ਜਿਹੜਾ ਮੁਖੀ ਸੀ ਸੁਰਿੰਦਰਪਾਲ ਸਿੰਘ ਪਰਮਾਰ, ਉਹਦੇ ਵਾਲੀ ਜਿਹੜੀ ਸਿੱਟ ਹੈ ਉਸਨੇ ਜਿਹੜੀ ਰਿਪੋਰਟ ਆਪਣੀ ਤਿਆਰ ਕਰ ਲਈ, ਅੰਗਰੇਜ਼ੀ ਦੇ ਵਿੱਚ ਵੀ ਔਰ ਪੰਜਾਬੀ ਦੇ ਵਿੱਚ ਵੀ। ਉਹਦੇ ਬਾਹਰ ਜਿਵੇਂ ਬੱਚੇ ਥੀਸਿਸ ਦਿੰਦੇ ਨੇ ਨਾ ਯੂਨੀਵਰਸਿਟੀਆਂ ਦੇ ਵਿੱਚ, ਉਸ ਤਰ੍ਹਾਂ ਮੈਂ ਦੇਖ ਰਿਹਾ ਸੀ ਫਾਈਨਲ ਰਿਪੋਰਟ ਆਫ ਇਨਵੈਸਟੀਗੇਸ਼ਨ ਆਫ ਇਨ ਬਰਗਾੜੀ ਕੇਸ। ਤੋਂ ਇਹ ਜਿਹੜੀ ਹੈ ਉਹ ਪੇਸ਼ ਕੀਤੀ ਭਗਵੰਤ ਮਾਨ ਨੂੰ। ਹਾਲਾਂਕਿ ਪਤਾ ਤਾਂ ਇਹ ਲੱਗਿਆ ਕਿ ਉਹ ਮਹੀਨਾ ਕੁ ਪਹਿਲਾਂ ਹੀ ਮਿਲ ਗਈ ਸੀ, ਤੇ ਲੇਕਿਨ ਉਹਨਾਂ ਨੇ ਅੱਜ ਜਦੋਂ ਪਟਿਆਲੇ ਤੋਂ ਜਾਂਦੇ ਨੇ ਇੱਥੇ, ਉਹ ਜਿਹੜਾ ਇਹਨਾਂ ਦਾ ਇੱਕ ਵਰਕਰ ਦੀ ਡੈਥ ਹੋ ਗਈ ਸੀ, ਉਹਦੇ ਭੋਗ ਤੋਂ ਬਾਅਦ ਉੱਥੇ ਰੈਜ਼ੀਡੈਂਸ ਦੇ ਵਿੱਚ, CM ਰੈਜ਼ੀਡੈਂਸ ਦੇ ਵਿੱਚ ਇੱਕ ਵਫਦ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਦੇ ਵਿੱਚ ਉਹਨੂੰ ਮਿਲਦੇ ਨੇ ਤੇ ਰਿਪੋਰਟ ਪੇਸ਼ ਕਰ ਦਿੰਦੇ ਨੇ ਕਿ ਆਹ ਲਓ ਰਿਪੋਰਟ। ਅਮਰੀਕ ਸਿੰਘ ਅਜਨਾਲਾ ਦਾ ਜਿਹੜਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਉਹਦਾ ਉਸ ਬਰਗਾੜੀ ਮੋਰਚੇ ਨਾਲ ਕੋਈ ਲੈਣਾ ਦੇਣਾ ਨਹੀਂ। ਬਰਗਾੜੀ ਮੋਰਚਾ ਜਿਹੜੇ ਲਾਉਣ ਵਾਲੇ ਨੇ ਉਹ ਕ੍ਰਿਸ਼ਨ ਭਗਵਾਨ ਸਿੰਘ, ਭਾਈ ਕ੍ਰਿਸ਼ਨ ਭਗਵਾਨ ਸਿੰਘ, ਜਿਹੜਾ ਉਸ ਥਾਂ ਤੇ ਗੋਲੀ ਨਾਲ ਸ਼ਹੀਦ ਹੋਇਆ ਸੀ, ਉਹਦਾ ਮੁੰਡਾ ਸੁਖਰਾਜ ਸਿੰਘ, ਉਹ ਬੈਠੇ ਨੇ ਉੱਥੇ। ਤੇ ਉਹ ਕਹਿੰਦੇ ਇਹਨੂੰ ਕਿਉਂ ਬੁਲਾ ਕੇ ਇਹ ਰਿਪੋਰਟ ਦਿੱਤੀ? ਇੱਥੇ ਲੱਗਦਾ ਤੁਹਾਡੀ ਗੱਲ ਠੀਕ ਹੈ, ਜਾਂ ਜੋ ਇਹ ਕਿਹਾ ਜਾਂਦਾ ਵੀ ਕੁਛ ਨਾ ਕੁਛ ਕਿਤੇ ਤਾਂ ਦਾਲ 'ਚ ਕਾਲਾ ਹੈ। ਖੈਰ, ਰਿਪੋਰਟ ਦੇ ਦਿੱਤੀ ਗਈ
ਰਿਪੋਰਟ ਆ ਗਈ। ਦੇਖੋ ਗੱਲ ਇਹ ਹੈ ਕਿ 1 ਜੂਨ 2015 ਨੂੰ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਨੇ। ਮਤਲਬ ਇਹ ਕੇਸ ਉੱਥੋਂ ਸ਼ੁਰੂ ਹੋਇਆ ਤੇ ਕੇਸ ਫਿਰ ਜਿਹੜਾ ਹੈ, ਵੈਸੇ ਤਾਂ ਕੇਸ ਇਹ ਸਭ ਨੂੰ ਪਤਾ ਹੈ MSG 2 ਤੋਂ ਆਪਾਂ ਇਹਨੂੰ ਦੇਖ ਸਕਦੇ ਹਾਂ, ਮੈਸੇਂਜਰ ਆਫ ਗੋਡ 2। ਫਿਰ ਗੱਲ ਉੱਥੇ ਵੀ ਨਹੀਂ ਖੜਦੀ। ਕੇਸ ਤਾਂ ਉਸੇ ਦਿਨ ਹੀ ਚੱਲ ਪਿਆ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਕੇ ਜਾਮੇ ਇਨਸਾਨ ਪਿਲਾਇਆ ਗਿਆ ਗੁਰਮੀਤ ਰਾਮ ਰਹੀਮ ਵੱਲੋਂ, ਤੇ ਉਸ ਤੋਂ ਬਾਅਦ ਉਹਦਾ ਵਿਰੋਧ ਹੋਇਆ, ਪ੍ਰੇਮੀਆਂ ਤੇ ਸਿੱਖਾਂ ਦੀ ਝੜਪ ਹੋਈ। ਉਸ ਤੋਂ ਬਾਅਦ ਜਦੋਂ ਫਿਲਮਾਂ ਆਉਂਦੀਆਂ ਨੇ, ਸਿੱਖ ਵਿਰੋਧ ਕਰਦੇ ਨੇ, ਤੇ ਪੰਜਾਬ 'ਚ ਫਿਲਮ ਲਾਈ ਨਹੀਂ ਜਾ ਸਕਦੀ ਸੀ ਕਿਉਂਕਿ ਸਿੱਖਾਂ ਦਾ ਵਿਰੋਧ ਸੀ। ਇਹਨਾਂ ਨੂੰ ਅਕਾਲ ਤਖਤ ਤੋਂ ਸਿੱਖਿਆ ਹੋਇਆ ਸੀ। ਅਕਾਲ ਤਖਤ ਸਾਹਿਬ ਤੋਂ ਮਾਫੀ ਦਵਾਈ ਜਾਂਦੀ ਹੈ ਤੇ ਫਿਰ ਮਾਫੀ ਦਾ ਵਿਰੋਧ ਹੁੰਦਾ ਹੈ, ਤੇ ਫਿਰ 90 ਲੱਖ ਰੁਪਇਆ ਖਰਚ ਕੇ ਐਡਵਰਟਾਈਜ਼ਮੈਂਟ ਦਿੱਤੀ ਜਾਂਦੀ ਹੈ। ਫਿਰ ਜਦੋਂ ਜ਼ਿਆਦਾ ਪ੍ਰੈਸ਼ਰ ਵੱਧਦਾ ਹੈ, ਮਾਫੀ ਵਾਪਸ ਹੁੰਦੀ ਹੈ, ਤੇ ਉਹ ਮਾਫੀ ਵਾਪਸ ਹੋਈ ਨਾ ਹੋਈ, ਲੇਕਿਨ ਸਿੱਖ ਕੌਮ ਨੇ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅਜੇ ਤੱਕ ਮਾਫ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਉਹ ਵਰਕਰ ਜਿਹੜੇ ਬਹੁਤ ਜੁਝਾਰੂ ਨੇ, ਉਹ ਵੀ ਉਹਨਾਂ ਦੀ ਗਲਤੀਆਂ ਦਾ ਖਮਿਆਜਾ ਬੈਠੇ ਭੁਗਤ ਰਹੇ ਨੇ। ਉਹਨਾਂ ਨੂੰ ਲੋਕਾਂ ਨੇ ਕਾਰਨਰ ਕਰਤਾ ਕਿਉਂਕਿ ਬਾਦਲ ਪਰਿਵਾਰ ਤੇ ਇਸ ਕਿਸਮ ਦੇ ਇਲਜ਼ਾਮ ਲੱਗਦੇ ਨੇ। ਹੁਣ ਜਦੋਂ ਚੋਰੀ ਹੁੰਦਾ ਹੈ ਨਾ ਗੁਰੂ ਗ੍ਰੰਥ ਸਾਹਿਬ, ਉਸ ਵੇਲੇ ਜਿਹੜਾ ਇਨਸਾਫ ਮੰਗ ਲਈਆਂ ਧਿਰਾਂ ਤੇ, ਚਾਹੇ ਬਹਿਬਲ ਕਲਾਂ ਬੈਠੇ ਨੇ ਤੇ ਚਾਹੇ ਉਹ ਬਰਗਾੜੀ ਬੈਠੇ ਨੇ, ਤੇ ਉੱਥੇ ਜਿਹੜੀ ਗੋਲੀ ਚੱਲਦੀ ਹੈ, ਤੇ ਉਹ ਗੋਲੀ ਦਾ ਆਰਡਰ ਕਿਹਨੇ ਦਿੱਤਾ ਹੈ, ਉਹ ਗੋਲੀ ਚਲਾਈ ਕਿਉਂ? ਜਦੋਂ ਪਾਠ ਕਰ ਰਹੀ ਸੰਗਤ, ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸੰਗਤ ਤਾਂ ਸ਼ਾਂਤਮਈ ਬੈਠੀ ਸੀ ਤੇ ਉਹਨੂੰ ਉਠਾਉਣ ਦਾ ਆਰਡਰ ਆਇਆ ਸੀ, ਕਿਹਨੇ ਆਰਡਰ ਦਿੱਤਾ ਸੀ? ਉਹ ਇਹ ਸਾਰੀਆਂ ਗੱਲਾਂ ਆਉਣੀਆਂ ਚਾਹੀਦੀਆਂ ਸੀ। ਤੇ ਹੁਣ ਇਹੀ ਗੱਲ ਜਿਹੜੀ ਹੈ ਇਹ ਰਿਪੋਰਟ 'ਚ ਆਉਣੀ ਚਾਹੀਦੀ ਸੀ। ਤੁਸੀਂ ਬਿਲਕੁਲ ਠੀਕ ਕਿਹਾ, ਰਿਪੋਰਟ ਹਾਲੇ ਆਪਾਂ ਪੜ੍ਹਨੀ ਹੈ, ਲੇਕਿਨ ਰਿਪੋਰਟ ਬਾਰੇ ਜੋ ਆਪਾਂ ਨੂੰ ਜਾਣਕਾਰੀ ਮਿਲੀ ਹੈ, ਖਾਸ ਤੌਰ ਤੇ ਐਡਵੋਕੇਟ ਪ੍ਰਦੀਪ ਸਿੰਘ ਬਿਰਕ ਦੇ ਹਵਾਲੇ ਨਾਲ, ਇਹ ਗੱਲ ਕਹੀ ਜਾ ਸਕਦੀ ਹੈ ਕਿ ਇਸ ਬੇਅਦਬੀ ਦੀ ਰਿਪੋਰਟ ਜਿਹੜੀ ਭਗਵੰਤ ਮਾਨ ਨੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਇਹ ਕਹਿ ਕੇ ਲੋਕਾਂ 'ਚ ਇਹ ਗੱਲ ਜਾਵੇ ਕਿ ਜੀ ਅਸੀਂ ਇਹ ਰਿਪੋਰਟ ਜਿਹੜੀ ਹੈ ਸਿੱਖ ਜਥੇਬੰਦੀਆਂ ਨੂੰ ਸੌਂਪਤੀ, ਤੇ ਜੇ ਇਹ ਰਿਪੋਰਟ ਸੌਂਪਣੀ ਸੀ ਤਾਂ ਜਿਹੜੇ ਬੰਦੇ ਧਰਨੇ ਤੇ 6-7 ਮਹੀਨੇ ਤੋਂ ਬੈਠੇ ਨੇ ਉਹਨਾਂ ਨੂੰ ਸੌਂਪੀ ਜਾ ਸਕਦੀ ਸੀ। ਖੈਰ, ਕੀ ਕਹਿੰਦੇ ਨੇ ਐਡਵੋਕੇਟ ਵਿਰਕ? ਕਹਿੰਦੇ ਜੀ ਇਹਦੇ ਵਿੱਚ ਡੇਰਾ ਸਾਧ ਜਿਹੜਾ ਹੈ ਗੁਰਮੀਤ ਰਾਮ ਰਹੀਮ, ਉਹਨੂੰ ਦੋਸ਼ੀ ਬਣਾਇਆ, ਜਿਹੜੀ ਹੁਣ ਉਹ 3 FIR ਦੇ ਵਿੱਚ ਅਕਿਊਜ਼ਡ ਹੈ। ਉਹ ਦੋਸ਼ ਉਹਦੇ, ਤੁਹਾਨੂੰ ਸਭ ਨੂੰ ਯਾਦ ਹੋਊ ਪਿਆਰੇ ਦਰਸ਼ਕੋ, ਕਿ ਡੇਰਾ ਸਾਧ ਦੀ ਪੁੱਛਗਿੱਛ ਲਈ ਟ੍ਰਾਂਜ਼ਿਟ ਰਿਮਾਂਡ ਤਾਂ ਨਹੀਂ ਮਿਲਿਆ ਸੀ, ਲੇਕਿਨ ਸਨਾਰੀਆ ਜੇਲ੍ਹ 'ਚ ਜਾ ਕੇ ਪੁੱਛਗਿੱਛ ਦੀ ਇਜਾਜ਼ਤ ਮਿਲੀ ਸੀ ਤੇ ਉਹਨੂੰ ਦੋਸ਼ੀ ਬਣਾਇਆ ਗਿਆ ਹੈ ਇਹਦੇ ਵਿੱਚ। ਸ਼ੇਰ ਵਿਰਕ ਸਾਹਿਬ ਕਹਿੰਦੇ ਨੇ ਇੱਕ ਪੁਆਇੰਟ ਹੋਰ, ਉਹ ਪੁਆਇੰਟ ਹੈ, ਕਹਿੰਦੇ ਜੀ ਇਹ ਰਿਪੋਰਟ ਬਹੁਤ ਜ਼ਿਆਦਾ CBI ਤੇ ਫੋਕਸ ਕਰਦੀ ਹੈ ਕਿ CBI ਦੇ ਜਿਹੜੀ ਕਲੋਜ਼ਰ ਰਿਪੋਰਟ ਦਿੱਤੀ ਸੀ ਉਹ ਤੇ ਜ਼ਿਆਦਾ ਇਸ ਰਿਪੋਰਟ ਨੇ ਆਪਣਾ ਧਿਆਨ ਦਿੱਤਾ ਹੈ ਕਿ ਉਹਨੇ CBI ਦੇ ਸਹੀ ਤਰੀਕੇ ਨਾਲ ਨਾ ਤਾਂ ਇਨਵੈਸਟੀਗੇਟ ਕੀਤਾ ਤੇ ਨਾ ਹੀ ਸਭ ਦੀ ਭੂਮਿਕਾ ਨੂੰ ਉਸਨੇ ਸਾਹਮਣੇ ਲਿਆਂਦਾ ਤੇ ਇਹਨੂੰ ਕਲੋਜ਼ਰ ਰਿਪੋਰਟ ਦਿੱਤੀ ਸੀ। ਵੈਸੇ ਜੋਰਾ ਸਿੰਘ ਕਮਿਸ਼ਨ, ਰਣਜੀਤ ਸਿੰਘ ਕਮਿਸ਼ਨ, ਉਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ, ਤੇ ਇਹ ਤੀਜੀ ਸਿੱਟ ਹੈ। ਇਹ ਸਾਰਿਆਂ ਜਿਹੜੇ ਚ ਕਿਤੇ ਨਾ ਕਿਤੇ ਦੋਨੇ ਕਮਿਸ਼ਨਾਂ 'ਚ ਇੱਕ ਗੱਲ ਇਹ ਹੋਈ ਸੀ ਕਿ ਜਿਹੜੀ ਪੁਲਿਸ ਹੈ ਉੱਥੋਂ ਦੀ, ਉਹਦੀ ਭੂਮਿਕਾ ਦੀ ਜਾਂਚ ਬਹੁਤ ਜ਼ਰੂਰੀ ਹੈ। ਕੌਣ ਆਰਡਰ ਦਿੰਦਾ ਹੈ, ਕਿਵੇਂ ਦਿੰਦਾ ਹੈ, ਇਨਵੈਸਟੀਗੇਸ਼ਨ ਦੇ ਦੌਰਾਨ ਇਹ ਗੱਲ ਆਉਣੀ ਚਾਹੀਦੀ ਸੀ ਕਿ ਜਿਹੜੇ ਐਵੀਡੈਂਸ ਨੇ ਉਹ ਸਬੂਤ ਕਿਹਨੇ ਮਿਟਾਏ, ਕਿਹਨੇ ਟੈਂਪਰ ਕੀਤੇ ਨੇ ਐਵੀਡੈਂਸ, ਇਹ ਸਾਰੀਆਂ ਗੱਲਾਂ ਪੁਲਿਸ ਨਾਲ ਜੁੜੀਆਂ ਹੋਈਆਂ ਸੀ। ਲੇਕਿਨ ਪਤਾ ਇਹ ਲੱਗਿਆ ਇਸ ਵਕੀਲ ਰਾਹੀਂ ਕਿ ਪੁਲਿਸ ਬਾਰੇ ਤਾਂ ਰਿਪੋਰਟ ਬਿਲਕੁਲ ਹੀ ਚੁੱਪ ਹੈ, ਤੇ ਜਿਹੜੀ ਪੁਲਿਸ ਦੀ ਕਾਰਵਾਈ ਆਖਰ ਗੱਲ ਤਾਂ ਉੱਥੋਂ ਹੀ ਨਿਕਲੇ। ਲੋਕ ਤਾਂ ਇਹ ਸਮਝਦੇ ਸੀ ਕਿ ਇਹ ਤਾਂ ਪਤਾ ਲੱਗੇ ਕਿ ਪੁਲਿਸ ਨੂੰ ਆਰਡਰ ਕਿਹਨੇ ਦਿੱਤਾ ਹੈ। ਪਰਮਰਾਜ ਉਮਰਾ ਨੰਗਲ
ਨੂੰ ਆਰਡਰ ਕਰਨ ਵਾਲਾ ਕੌਣ ਸੀ ਉੱਥੇ, ਇਹ ਪਤਾ ਲੱਗਣਾ ਚਾਹੀਦਾ ਹੈ। ਤੇ ਤਾਂ ਹੀ ਗੱਲ ਲੋਕ ਜਿਹੜੀ ਕੰਵਰ ਵਿਜੇ ਪ੍ਰਤਾਪ ਨੇ ਕੀਤੀ ਹੈ ਕਿ ਆਰਡਰ ਉਹ ਨਿਗਾਹ ਉਹਨਾਂ ਦੀ ਬਾਦਲ ਪਰਿਵਾਰ ਵੱਲ ਜਾਂਦੀ ਹੈ ਜਾਂ ਸੂਈ ਉਧਰ ਨੂੰ ਜਾਂਦੀ ਹੈ। ਇਹ ਰਿਪੋਰਟ ਉਹਦੇ ਬਾਰੇ ਚ ਚੁੱਪ ਹੈ। ਕਈ ਜਿਹੜੀਆਂ ਕਮੀਆਂ ਹੋਰ ਨੇ ਉਹਦੇ ਬਾਰੇ ਵੀ ਇਹ ਰਿਪੋਰਟ ਗੱਲ ਨਹੀਂ ਕਰਦੀ। ਇਹ ਗੱਲ ਵੀ ਦੇਖਣ ਵਾਲੀ ਹੈ। ਵੈਸੇ ਜਿਵੇਂ ਮੈਂ ਦੱਸਿਆ, ਇਹ MSG2 ਦੀ ਫਿਲਮ ਦੀ ਬੈਕਗਰਾਉਂਡ ਨਾਲ ਇਹ ਸੰਬੰਧਿਤ ਹੈ ਕਿ ਇਹ ਬੇਅਦਬੀ ਹੋਈ ਹੈ, ਲੇਕਿਨ ਇਹ ਸਾਰੀਆਂ ਗੱਲਾਂ ਇਹ ਕੋਈ ਅੱਜ ਤਾਂ ਹੈ ਨਹੀਂ। ਸੁਖਵਿੰਦਰ ਜੀ, ਇੱਕ ਗੱਲ ਤਾਂ ਪੱਕੀ ਹੈ, ਇਹ ਗੱਲ ਸਮਝ ਲੈਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਵੀ ਚੰਗੀ ਤਰ੍ਹਾਂ, ਕਿ ਇਹ ਮਸਲਾ ਜਿਹੜਾ ਇੰਨਾ ਸੌਖਾ ਨਹੀਂ ਸਰ। ਇੱਕ ਗੱਲ ਇਹ ਸਾਰੇ ਲੋਕਾਂ ਨੂੰ ਪਤਾ ਹੈ ਕਿ ਜੀ ਇਹ ਜਿਹੜਾ ਬੇਅਦਬੀ ਦਾ ਮਸਲਾ ਹੈ ਨਾ, ਇਹ ਮਸਲਾ ਇੱਕ ਕਿਸਮ ਦੀ ਉਹਨਾਂ ਲੋਕਾਂ ਦੀ ਕਵਰ ਹੈ ਜਿਹੜੇ ਲੋਕ ਇਨਸਾਫ ਨਹੀਂ ਦੇਣਗੇ। ਪਹਿਲਾਂ ਇਸ ਕਵਰ 'ਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਉਹ ਲੀਡਰਸ਼ਿਪ ਜਿਹਨੇ ਇਹ ਕਰਾਇਆ ਸੀ ਜਾਂ ਜਿਹਦੇ ਇਲਜ਼ਾਮ ਲੱਗਦੇ ਨੇ ਜਾਂ ਜਿਹਨੇ ਇਨਸਾਫ ਨਹੀਂ ਦਿਵਾਇਆ ਜਾਂ ਜਿਹਨੇ ਪ੍ਰੋਪਰ ਇਨਵੈਸਟੀਗੇਸ਼ਨ ਆਪਦੇ ਰਾਜ 'ਚ ਨਹੀਂ ਕਰਵਾਈ, ਉਹ ਗਏ। ਔਰ ਤੁਸੀਂ ਹੁਣ ਦੇਖ ਲਓ ਕਿੱਥੇ ਹੈ। ਦੂਜਾ ਫਿਰ ਕੈਪਟਨ ਅਮਰਿੰਦਰ ਸਿੰਘ, ਜਿਹਦੇ ਨਾਲ ਮਿਲੀ ਭੁਗਤ ਦੀ ਗੱਲ ਹੈ, ਜਿਹੜਾ ਬੰਦਾ ਲਾਈਵ ਟੈਲੀਕਾਸਟ ਦੇ ਵਿੱਚ ਝੋੜੀਆਂ ਅੱਡ-ਅੱਡ ਲੋਕ ਕਹਿੰਦੇ ਸੀ ਇਨਸਾਫ ਦੇ ਦਿਓ, ਫਿਰ ਇਨਸਾਫ ਨਹੀਂ ਮਿਲਿਆ। ਝੋਲੀ ਅੱਡੀ ਸੀ ਜਿਹੜੀ ਹੈ ਨਵਜੋਤ ਸਿੰਘ ਸਿੱਧੂ ਨੇ, ਸੁਖਜਿੰਦਰ ਰੰਧਾਵਾ ਨੇ, ਕਿੱਥੇ ਆ ਇਨਸਾਫ? ਤੇ ਭਗਵੰਤ ਮਾਨ ਵੀ ਜੇ ਇਸ ਤਰ੍ਹਾਂ ਕਰੂ 24 ਘੰਟੇ ਚ ਇਨਸਾਫ ਦੇਣ ਵਾਲਾ, ਤੇ ਫਿਰ ਬੜੀ ਗੜਬੜ ਰਹੂਗੀ। ਦੇਖੋ, ਇੱਕ ਗੱਲ ਤਾਂ ਪੱਕੀ ਹੈ, ਜਿਹੜੀ ਗੱਲ ਸੁਖਰਾਜ ਸਿੰਘ ਨੇ ਕਹੀ ਹੈ, ਦੋ ਗੱਲਾਂ ਉਹਨੇ ਕਹੀਆਂ ਨੇ। ਪਹਿਲੀ ਗੱਲ, ਉਹਨੇ ਸਵਾਲ ਉਠਾਤੇ ਭਾਈ ਅਮਰੀਕ ਸਿੰਘ ਅਜਨਾਲਾ ਤੇ। ਉਹਨੇ ਸਵਾਲ ਇਹ ਉਠਾਏ ਕਿ ਇਹ ਹੈ ਕੌਣ? ਇਹਦੇ ਤਾਂ ਲੜਾਈ ਨਹੀਂ ਲੜੀ, ਲੜਾਈ ਲੜਨ ਵਾਲੇ ਅਸੀਂ, ਇਨਸਾਫ ਮੰਗਣ ਵਾਲੇ ਅਸੀਂ, ਮੋਰਚਾ ਲਾਉਣ ਵਾਲੇ ਅਸੀਂ। ਦੂਜੀ ਗੱਲ, ਉਹਨੇ ਇਹ ਸਵਾਲ ਇਹ ਤੇ ਵੀ ਉਠਾਤਾ ਰਿਪੋਰਟ ਤੇ ਕਿ ਮਹੀਨਾ ਹੋ ਗਿਆ, ਕਿ ਨਵੀਂ ਗੱਲ ਨਹੀਂ ਹੈ ਇਹ ਰਿਪੋਰਟ ਪਹਿਲਾਂ ਦੀ ਆਈ ਹੋਈ ਹੈ, ਅਸੀਂ ਦੇਖੀ ਹੋਈ ਹੈ। ਇਹ ਜਿਹੜਾ ਹੈ, ਇਹਦੇ ਵਿੱਚ ਬਹੁਤ ਗੱਲਾਂ ਐਸੀਆਂ ਨੇ, ਕਹਿੰਦਾ ਜਿਨ੍ਹਾਂ ਬਾਰੇ ਸਮਝੋ ਤਸੱਲੀ ਨਹੀਂ ਹੈ ਜਾਂ ਉਹਨਾਂ ਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਇਸ ਰਿਪੋਰਟ ਦੇ ਵਿੱਚ ਕੋਈ ਜਿਹੜਾ ਇਨਸਾਫ ਵਾਲੀ ਗੱਲ ਹੋਊਗੀ। ਸੁਖਰਾਜ ਸਿੰਘ ਦਾ ਇਹ ਕਹਿਣਾ ਹੈ। ਤੇ ਦੂਜੇ ਪਾਸੇ ਆਪਾਂ ਇਸ ਗੱਲ ਨੂੰ ਜਿਹੜੀ ਤੁਸੀਂ ਮੈਨੂੰ ਪੁੱਛੀ ਹੈ, ਉਹ ਇਸ ਗੱਲ ਨਾਲ ਇਸ ਸਟੇਟਮੈਂਟ ਨਾਲ ਸਮ ਅਪ ਕਰ ਸਕਦੇ ਹਾਂ ਕਿ ਸਾਰਾ ਕੁਝ ਠੀਕ ਹੈ, ਕਿ ਪਰ ਇਹ ਅਚਾਨਕ ਕਿਉਂ ਆਈ ਹੈ ਰਿਪੋਰਟ? ਇਹਦਾ ਸਵਾਲ ਦਾ ਜਵਾਬ ਬਹੁਤ ਲੱਭਣਾ ਜ਼ਰੂਰੀ ਹੈ ਕਿ ਇਹ 3 ਮਹੀਨੇ ਦਾ ਜਿਹੜਾ ਉਹਨਾਂ ਨੇ ਕਿਹਾ ਸੀ, ਤੇ ਜੇ 3 ਮਹੀਨੇ ਪੂਰੇ ਹੋਣ ਚ ਅਧੂਰੀ ਰਿਪੋਰਟ ਹੈ ਤਾਂ ਵੀ ਠੀਕ ਨਹੀਂ, ਤੇ ਜਾਂ ਇਹ ਕਿਸੇ ਤਰੀਕੇ ਨਾਲ ਭੰਬਲ ਭੂਸਾ ਪੈਦਾ ਕਰਨ ਵਾਲੀ ਗੱਲ ਹੈ ਤਾਂ ਵੀ ਬਿਲਕੁਲ ਠੀਕ ਨਹੀਂ। ਲੇਕਿਨ ਲੋਕ ਇਹ ਸਮਝਦੇ ਨੇ ਕਿ ਜੇ ਪੁਲਿਸ ਤੇ ਸਿਆਸੀ ਬੰਦੇ ਹੀ ਬਰੀ ਕਰਤੇ, ਕੱਲਾ ਜਿਹੜਾ ਹੈ ਤੁਸੀਂ ਰਾਮ ਰਹੀਮ ਤੇ ਪਾਉਣੇ ਹੋ, ਇਹਦੇ ਚ ਤਾਂ ਕੋਈ ਦੋ ਰਾਵਾਂ ਨਹੀਂ ਕਿ ਰਾਮ ਰਹੀਮ ਜਾਂ ਉਹਦੇ ਪ੍ਰੇਮੀਆਂ ਬਹੁਤ ਸਾਰਿਆਂ ਦਾ ਇਹਦੇ ਚ ਰੋਲ ਹੈ। ਲੇਕਿਨ ਪੁਲਿਸ ਨੂੰ ਤੁਸੀਂ ਕਿਵੇਂ ਬਰੀ ਕਰੋਗੇ ਜਾਂ ਫਿਰ ਤੁਸੀਂ ਸਿਆਸੀ ਬੰਦਿਆਂ ਨੂੰ ਕਿਵੇਂ ਬਰੀ ਕਰੋਗੇ, ਇਹ ਸਾਰੀ ਰਿਪੋਰਟ ਜਦੋਂ ਚੰਗੀ ਤਰ੍ਹਾਂ ਜਾਂਚ ਕਰਾਂਗੇ ਉਸ ਤੋਂ ਬਾਅਦ ਹੋਰ ਗੱਲ ਵੀ ਕਰ ਸਕਾਂਗੇ। ਜੀ ਵਾਲੀਆ ਸਾਹਿਬ, ਇਹਦੇ ਵਿੱਚ ਇਹ ਵੀ ਹੋ ਜਾਂਦਾ ਨਾ ਕਿ ਹੁਣ ਲੋਕ ਜਿਹੜੇ ਨੇ ਉਹ ਇਹਨਾਂ ਗੱਲਾਂ ਨੂੰ ਸਮਝ ਰਹੇ ਨੇ, ਕਿਉਂਕਿ ਜਿਹੜਾ ਕੁਝ ਉਹਨਾਂ ਨੇ ਬਾਦਲਾਂ ਨੂੰ ਖੂੰਜੇ ਲਾ ਕੇ ਕੀਤਾ ਕਿ ਹਰ ਚੋਣ ਦੇ ਵਿੱਚ ਉਹਨਾਂ ਦੀ ਹਾਰ ਹੋਣਾ, ਅਕਾਲੀ ਦਲ ਦਾ ਬੈਕਫੁੱਟ ਤੇ ਜਾਣਾ, ਤੇ ਆਮ ਆਦਮੀ ਪਾਰਟੀ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਨਤੀਜੇ ਜਿਹੜੇ ਨੇ ਉਹ ਬੇਹੱਦ ਹੈਰਾਨੀਜਨਕ ਹੋ ਸਕਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ। ਇਹ ਬੇਅਦਬੀ ਦਾ ਮਸਲਾ ਹੈ, ਪੰਜਾਬ ਦੀ ਰੂਹ ਦੇ ਨਾਲ ਜੁੜਿਆ। ਜੇ ਤੁਸੀਂ ਇਹਦੇ ਨਾਲ ਇਨਸਾਫ ਨਹੀਂ ਕਰੋਗੇ ਤਾਂ ਲੋਕਾਂ ਨੇ ਇਨਸਾਫ ਕਰ ਦੇਣਾ, ਲੋਕ ਤੁਹਾਨੂੰ ਉਸੇ ਥਾਂ ਤੇ ਪਹੁੰਚਾ ਦੇਣਗੇ ਜਿੱਥੇ ਬਾਕੀ ਤੁਰੇ ਫਿਰਦੇ ਨੇ। ਇਹ ਬਹੁਤ ਇਹੋ ਜਿਹੇ ਸਵਾਲ ਨੇ। ਵਾਲੀਆ ਸਾਹਿਬ, ਅਗਲੀ ਗੱਲ ਹੈ ਕਿ ਚਲੋ ਜਿਹੜੇ ਕੰਮ ਚੰਗੇ ਕਰਦੀ ਹੈ ਸਰਕਾਰ, ਉਹਦੀ ਵੀ ਗੱਲ ਹੋਣੀ ਚਾਹੀਦੀ ਹੈ। ਮੈਂ ਦੋ ਖਬਰਾਂ ਇਕੱਠੀਆਂ ਕਰ ਰਿਹਾ। ਇੱਕ ਤਾਂ MSP ਦੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਆਪ ਅੱਗੇ ਆਏ ਤੇ ਕਿਸਾਨਾਂ ਨੂੰ ਇੱਕ ਰਾਹਤ ਦਿੱਤੀ ਹੈ 1000 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ, ਤੇ ਨਾਲੋਂ ਨਾਲ ਜਿਹੜੀ
ਮੱਤੇਵਾੜਾ ਜੰਗਲ ਨੂੰ ਬਚਾਉਣ ਦੀ ਗੱਲ ਹੈ ਕਿ ਉਹਦੀ ਚਾਰਾਜੋਈ ਵੀ ਸ਼ੁਰੂ ਹੋਊਗੀ। ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਸਾਹਿਬ ਨੇ, ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਪਿਛਲੇ ਦਿਨੀ ਸੀਚੇਵਾਲ ਸਾਹਿਬ ਨੇ ਕਿਹਾ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇ ਵਾਤਾਵਰਨ ਨਾਲ ਛੇੜਖਾਨੀ ਹੁੰਦੀ ਹੈ। ਮਤਲਬ ਇਹਨਾਂ ਦੋਨਾਂ ਖਬਰਾਂ ਤੋਂ ਇੱਕ ਸੁਨੇਹਾ ਤਾਂ ਜਾਂਦਾ ਹੈ ਕਿ ਜੇ ਲੋਕ ਸਹੀ ਢੰਗ ਨਾਲ ਸਹੀ ਖਬਰ ਦੇ ਉੱਤੇ ਆਪਣਾ ਪ੍ਰੈਸ਼ਰ ਬਣਾਉਣ, ਆਪਣੀ ਸਹੀ ਮੰਗ ਚੁੱਕਣ, ਤਾਂ ਸਰਕਾਰਾਂ ਵੀ ਸੁਣਦੀਆਂ ਨੇ, ਉਹਨਾਂ ਨੂੰ ਸੁਣਨਾ ਪੈਂਦਾ। ਦੇਖੋ, ਜਿੱਥੇ ਤੱਕ ਤਾਂ MSP ਦੀ ਗੱਲ ਹੈ, MSP ਬਾਰੇ ਸੁਖਵਿੰਦਰ, ਇਹਨਾਂ ਦੀ ਇਹ ਮੋਰਲ ਡਿਊਟੀ, ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਉਹ ਕਿਵੇਂ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਤੇ ਬਣਦੀ ਸੀ, ਕਿਉਂਕਿ ਇਹਨਾਂ ਨੇ ਇਹ ਕਿਹਾ ਸੀ, ਵਾਅਦਾ ਕੀਤਾ ਸੀ ਕਿ ਆਪਾਂ ਡਾਇਵਰਸੀਫਿਕੇਸ਼ਨ ਵੱਲ ਨੂੰ ਵਧਣਾ ਹੈ, ਹੌਲੀ ਹੌਲੀ ਆਪਾਂ ਝੋਨੇ ਤੋਂ ਖਹਿੜਾ ਛਡਾਉਣਾ ਹੈ ਤੇ ਹੋਰ ਫਸਲਾਂ ਵੱਲ ਨੂੰ ਜਾਣਾ ਹੈ। ਤੇ ਜਦੋਂ ਇਹਨਾਂ ਨੇ ਇਹ MSP ਐਲਾਨ ਕੀਤੀ, ਉਦੋਂ ਹੀ ਕਿਹਾ ਗਿਆ ਸੀ ਵੀ ਥੋੜਾ ਜਿਹਾ ਇਹਨਾਂ ਨੇ 90,000 ਏਕੜ ਦੇ ਵਿੱਚ ਐਕਤੀ ਜਿਹੜੀ ਮੂੰਗੀ ਬੀਜੀ ਗਈ। ਇਹ ਮੂੰਗ ਨੂੰ ਚੱਕਣ ਲਈ ਜਿੰਨੀ MSP ਕਿਹਾ ਸੀ ਸਰਕਾਰ ਨੇ, ਕੇਂਦਰ ਸਰਕਾਰ ਨੇ, ਜਦੋਂ ਅਮਿਤ ਸ਼ਾਹ ਨੂੰ ਮਿਲਣ ਗਏ ਸੀ, ਉਦੋਂ ਹੀ ਪਤਾ ਲੱਗਦਾ ਸੀ ਬਾਕੀ ਮੂੰਗੀ ਚੱਕਣੀ ਪੈਣੀ ਹੈ ਸਰਕਾਰ ਨੂੰ, ਪੰਜਾਬ ਨੂੰ ਆਪ। ਇਹਨਾਂ ਨੇ ਨਹੀਂ ਚੱਕੀ ਤੇ 83% ਜਿਹੜੀ ਮੂੰਗੀ ਉਹ MSP ਤੋਂ ਬਿਨਾਂ ਰਹਿ ਗਈ ਸੀ। MSP ਦਾ ਜਿਹੜਾ ਰੇਟ ਦਿੱਤਾ ਸੀ ਕਿ ਅਸੀਂ 1 ਕੁਇੰਟਲ ਦੇ 7,275 ਰੁਪਏ ਦਿਆ ਕਰਾਂਗੇ, ਇਹ ਸਾਡਾ ਰੇਟ ਹੈ MSP ਦਾ। MSP ਹੁੰਦੀ ਹੈ ਮਿਨੀਮਮ ਸਪੋਰਟ ਪ੍ਰਾਈਸ, ਵੀ ਘੱਟੋ ਘੱਟ ਇੰਨਾ ਤਾਂ ਮਿਲੂਗਾ ਹੀ ਮਿਲੂਗਾ, ਵੱਧ ਜਿੰਨਾ ਮਰਜ਼ੀ ਮਿਲ ਜੇ। ਵੱਧ ਤਾਂ ਖੈਰ ਕੀ ਮਿਲਣਾ ਹੈ, ਲੇਕਿਨ ਇਹ ਵੀ ਪੂਰਾ ਨਹੀਂ ਹੋਇਆ ਤੇ ਕਿਸਾਨਾਂ ਦੇ ਵਿੱਚ ਰੋਹ ਸੀ, ਦੋਸ਼ ਸੀ, ਇਹ ਨਿਰਾਸ਼ਾ ਸੀ ਕਿ ਸਾਥੋਂ ਸਰਕਾਰ ਨੇ ਮੂੰਗੀ ਜਿਹੜੀ ਬਜਾਤੀ ਖਰੀਦੀ ਹੈ ਨਹੀਂ। ਸਾਨੂੰ ਘੱਟ ਰੇਟ ਤੇ, ਕਿਸੇ ਨੂੰ 5,000, ਕਿਸੇ ਨੂੰ 6,000, ਕਿਸੇ ਨੂੰ 6,500, ਇਸ ਤਰ੍ਹਾਂ ਪ੍ਰਾਈਵੇਟਾਂ ਨੂੰ ਵੇਚਣੀ ਪਈ, MSP ਤੇ ਨਹੀਂ ਵਿਕੀ। ਤੇ ਜਦੋਂ ਰੌਲਾ ਵੱਧ ਰਿਹਾ ਸੀ ਤੇ ਜਦੋਂ ਇਹਨਾਂ ਦੇ ਆਪਦੇ MLA ਵੀ ਇਹ ਕਹਿਣ ਲੱਗੇ ਮੂੰਗੀ ਦੇ ਮਸਲੇ ਦੇ ਵਿੱਚ, ਤੇ ਫਿਰ ਸਰਕਾਰ ਨੂੰ ਇਹ ਗੱਲ ਕਹਿਣੀ ਪਈ ਕਿ ਅਸੀਂ ਇਹ ਤੁਹਾਡਾ ਜਿੰਨਾ ਘੱਟ ਵਿਕਿਆ ਉਹਨਾਂ ਅਸੀਂ ਪੂਰਾ ਕਰਾਂਗੇ। ਫਾਰ ਐਗਜ਼ਾਮਪਲ, ਜੇ ਕਿਸੇ ਦੇ 1,000 ਰੁਪਇਆ ਘੱਟ ਹੈ, ਫਾਰ ਐਗਜ਼ਾਮਪਲ, ਜਾਂ 1,500 ਘੱਟ ਹੈ, ਤਾਂ ਉਹਦਾ ਉਹਨਾਂ ਨੇ ਪੂਰਾ ਕਰ ਦੇਣਾ MSP 7,275 ਤੱਕ ਉਹਨੂੰ ਦੇਣ। ਮਤਲਬ ਉਹਨਾਂ ਦਾ ਘਾਟਾ ਪੂਰਾ ਕਰ ਰਹੇ ਨੇ, ਚਾਹੇ ਉਹ 1,000 ਰੁਪਇਆ ਦੇ ਰਹੇ ਨੇ। ਉਹਨਾਂ ਨੂੰ ਕੰਪਨਸੇਸ਼ਨ, ਮੁਆਵਜ਼ਾ ਜਿਹੜਾ ਹੈ ਉਹ MSP ਦੇ ਲੈਵਲ ਤੱਕ ਦੇਣ ਦਾ ਇਹ ਚੰਗਾ ਕੰਮ ਕੀਤਾ। ਗੱਲ ਸੁਣੀ ਹੈ, ਇਹ ਗੱਲ ਹੈ ਕਿ ਗੱਲ ਸੁਣੀ ਹੈ, ਪਰ ਸੁਣਨੀ ਬਣਦੀ ਸੀ ਕਿਉਂਕਿ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ। ਹੁਣ ਆ ਜਾਓ ਦੂਜੀ ਗੱਲ। ਦੂਜੀ ਗੱਲ ਹੈ ਮਤਵਾੜਾ ਜਿਹੜਾ ਜੰਗਲ ਦੀ। ਰਾਹੋਂ ਦੇ ਕੋਲ ਇਹ ਜਿਹੜਾ ਬਿਲਕੁਲ ਮੱਤੇਵਾੜ ਜਿਹੜਾ ਜੰਗਲ ਹੈ ਨਾ, ਇਹ ਸਤਲੁਜ ਦਰਿਆ ਦੇ ਕੰਢੇ ਤੇ ਹੈ। ਔਰ ਵਾਤਾਵਰਨ ਸਾਰੇ ਪ੍ਰੇਮੀ, ਇਕੱਲੇ ਸੀਚੇਵਾਲ ਨਹੀਂ, ਉਹ ਤਾਂ ਹੁਣ ਧਰਮ ਸੰਕਟ 'ਚ ਹੈ, ਪਰ ਸੰਤ ਬਲਬੀਰ ਸਿੰਘ ਸੀਚੇਵਾਲ ਤਾਂ ਸਾਰੇ ਜਿਹੜੇ ਪ੍ਰੇਮੀ ਨੇ, ਜਿਹੜੇ ਵਾਤਾਵਰਨ ਨੂੰ ਪਿਆਰ ਕਰਦੇ ਨੇ, ਜਿਹੜੇ ਰੁੱਖਾਂ ਨੂੰ ਪਿਆਰ ਕਰਦੇ ਨੇ, ਜਿਹੜਾ ਇਹ ਸਾਡੇ ਇਹ ਬਚਾਉਣਾ ਚਾਹੁੰਦੇ ਨੇ ਵਾਤਾਵਰਨ ਨੂੰ, ਉਹ ਸਾਰੇ ਇਕੱਠੇ ਸੀ। ਵਾਤਾਵਰਨ ਪ੍ਰੇਮੀਆਂ ਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਜਿਹੜਾ ਬੰਦਾ ਬੁੱਢੇ ਨਾਲੇ ਦੀ ਸਫਾਈ ਦੀ ਗੱਲ ਲਗਾਤਾਰ ਚੱਕ ਰਿਹਾ, ਜਿਹੜਾ ਬੰਦਾ ਪਾਣੀ ਦੇ ਪੋਲਿਊਸ਼ਨ ਦੀ ਗੱਲ ਚੱਕ ਰਿਹਾ, ਜਿਹੜੀ NGO ਕੈਂਸਰ ਰੋਕੋ ਸੁਸਾਇਟੀ ਫਰੀਦਕੋਟ ਦੀ, ਕੋਟਕਪੂਰੇ ਦੀ, ਜਿਹਦੇ 'ਚ ਗੁਰਪ੍ਰੀਤ ਸਿੰਘ ਚੰਦਵਾਜਾ ਬਹੁਤ ਮਿਹਨਤ ਕਰ ਰਿਹਾ ਹੈ, ਤੇ ਗੁਰਪ੍ਰੀਤ ਸਿੰਘ ਚੰਦਵਾਜਾ ਦੇ ਨਾਲ ਇਹ ਕਰਤਾਰ ਸਿੰਘ ਸੰਧਵਾ ਸਾਹਿਬ ਨੇ, ਖੈਰ ਮੈਂ ਵੀ ਜੁੜਿਆ ਹੋਇਆ ਉਹ ਸਾਰੇ ਮਿਸ਼ਨ ਦੇ ਨਾਲ। ਤੇ ਉਹ ਕਰਤਾਰ ਸਿੰਘ ਸੰਧਵਾ ਉਸ ਵੇਲੇ ਜਦੋਂ ਹਾਲੇ ਸਿਆਸਤ 'ਚ ਨਹੀਂ ਆਏ ਸੀ, ਇਹ ਬਹੁਤ ਪੁਰਾਣਾ ਸਮਾਜ ਸੇਵਕ ਹੈ। ਤੋ ਇਹ ਸਾਰੇ ਬੰਦਿਆਂ ਨੇ ਇਕੱਠੇ ਹੋ ਕੇ ਇਲੈਕਸ਼ਨ ਤੋਂ ਪਹਿਲਾਂ ਮਾਨ ਸਾਹਿਬ ਵੀ ਗਏ ਸੀ, ਕਰਤਾਰ ਸਿੰਘ ਸੰਧਵਾ ਵੀ ਗਿਆ ਸੀ, ਭਗਵੰਤ ਮਾਨ ਨੇ ਵੀ ਇਹ ਗੱਲ ਕਹੀ ਸੀ ਕਿ ਇਹ ਜੰਗਲ ਨੂੰ ਬਚਾਵਾਂਗੇ, ਆਪਾਂ ਦਰਖਤ ਨਹੀਂ ਕੱਟਣ ਦਿੰਦੇ, ਟੈਕਸਟਾਈਲ ਪਾਰਕ ਜਿਹੜੀ ਆ ਕਿਤੇ ਹੋਰ ਬਣਾ ਲਓ।
ਇਹ ਗੱਲ ਉਦੋਂ ਹੋਈ ਸੀ, ਪਰ ਹੈਰਾਨੀ ਦੀ ਗੱਲ ਹੋਈ ਭਗਵੰਤ ਮਾਨ ਸਾਹਿਬ ਜਿਹੜੇ ਨੇ ਉਹ ਜਦੋਂ ਪਾਵਰ ਚ ਆਉਂਦਾ ਬੰਦਾ ਉਦੋਂ ਦੇਖਦੇ ਰਹੇ ਔਰ 9,955 ਏਕੜ ਜਿਹੜੀ ਤੁਸੀਂ ਸਮਝੋ 45,000 ਤੋਂ 45 ਏਕੜ ਘੱਟ, 1000 ਹੀ ਆਪਾਂ ਕਹਿ ਸਕਦੇ ਹਾਂ ਏਕੜ ਦੀ ਜਗ੍ਹਾ ਹੈ ਜਿਹੜੀ ਇਹ, ਔਰ ਕੋਈ ਪੰਚਾਇਤ ਦੀ ਹੈ, ਕੋਈ ਕਿਸੇ ਜਿਹੜੀ ਹੈ ਬੋਰਡ ਦੀ ਹੈ, ਕਾਰਪੋਰੇਸ਼ਨ ਦੀ ਹੈ, ਤੇ ਇਹ ਜਗ੍ਹਾ ਜਿਹੜੀ ਹੈ ਉਹ ਅਕਵਾਇਰ ਹੋ ਚੁੱਕੀ ਹੈ, ਤਿਆਰੀ ਹੋ ਚੁੱਕੀ ਹੈ। ਜਿਹੜੀ ਗੱਲ ਤੁਸੀਂ ਕਰਤਾਰ ਸਿੰਘ ਸਾਧਵਾਂ ਦੀ ਕਹੀ ਹੈ, ਮੈਂ ਪ੍ਰਸ਼ੰਸਾ ਕਰਦਾ ਕਰਤਾਰ ਸਿੰਘ ਸਾਧਵਾਂ ਦੀ ਕਿ ਉਹਨਾਂ ਨੇ ਇਹ ਗੱਲ ਕਹਿ ਕੇ ਆਪਣਾ ਨਾ ਸਿਰਫ ਫਰਜ਼ ਪੂਰਾ ਕੀਤਾ, ਸਰਕਾਰ ਨੂੰ ਫਰਜ਼ ਯਾਦ ਕਰਾਇਆ ਕਿ ਇਹ ਮਸਲਾ ਤਾਂ ਮੇਰੇ ਦਿਲ ਦੇ ਨੇੜੇ ਹੈ, ਤੋ ਜੇ ਦਿਲ ਦੇ ਨੇੜੇ ਹੈ ਤਾਂ ਸਰਕਾਰ ਨੂੰ, ਸਰਕਾਰ ਦਾ ਸਪੀਕਰ ਜਦੋਂ ਗੱਲ ਕਹਿੰਦਾ ਸਰਕਾਰ ਨੂੰ ਸੋਚਣਾ ਚਾਹੀਦਾ। ਦੂਜੀ ਗੱਲ ਸੋਚਣੀ ਚਾਹੀਦੀ ਹੈ ਬਲਵੀਰ ਸਿੰਘ ਸੀਚੇਵਾਲ ਸੰਤ ਜੀ ਨੂੰ ਕਿ ਜੇ ਕੀ ਹੋਇਆ ਜੇ ਰਾਜ ਸਭਾ ਦੇ ਮੈਂਬਰ ਬਣ ਗਏ। ਰਾਜ ਸਭਾ ਕੋਈ ਬਹੁਤ ਵੱਡੀ ਚੀਜ਼ ਨਹੀਂ ਤੁਹਾਡੇ ਲਈ ਸੰਤ ਜੀ। ਇੱਥੇ ਜੇ ਸਟੈਂਡ ਤੁਸੀਂ ਆਪਦਾ ਬਦਲ ਗਏ, ਇੱਥੇ ਜੇ ਤੁਸੀਂ ਨਾ ਬੋਲੇ ਤੇ ਫਿਰ ਤੁਹਾਡੀ ਗੱਲ ਲੋਕਾਂ 'ਚ ਦੇਖ ਲਓ ਕਿਵੇਂ ਜਾਊਗੀ। ਤੇ ਸੰਤ ਬਲਵੀਰ ਸਿੰਘ ਸੀਚੇਵਾਲ ਵੱਡੇ ਧਰਮ ਸੰਕਟ 'ਚ ਨੇ। ਮਾਨ ਤਾਂ ਪੋਲੀਟੀਕਲ ਬੰਦਾ ਹੈ, ਉਹ ਸੰਤ ਬੰਦੇ ਨੇ। ਉਹਨਾਂ ਨੂੰ ਚਾਹੀਦਾ ਇਹ ਹੈ ਕਿ ਆਪਣਾ ਜਿਹਦੇ ਕਾਰਨ ਲੋਕ ਉਹਨਾਂ ਨੂੰ ਜਾਣਦੇ ਨੇ, ਵਾਤਾਵਰਨ ਕਾਰਨ, ਉਹਨਾਂ ਨੂੰ ਆਪਣਾ ਸਟੈਂਡ ਨਾ ਸਿਰਫ ਬਦਲਣਾ ਚਾਹੀਦਾ ਬਲਕਿ ਲੋਕਾਂ ਦੇ ਵਾਤਾਵਰਨ ਪ੍ਰੇਮੀਆਂ ਦੇ ਨਾਲ ਖੜਨਾ ਚਾਹੀਦਾ। ਵਾਲੀਆ ਸਾਹਿਬ ਇਹ ਵੀ ਕਿਹਾ ਜਾ ਰਿਹਾ ਕਿ ਟੈਕਸਟਾਈਲ ਜਾਂ ਇੰਡਸਟਰੀ ਜਿਹੜੀ ਆ ਉਹ ਲਾਉਣ ਤੋਂ ਕੋਈ ਨਹੀਂ ਰੋਕਦਾ, ਪਰ ਦਰਿਆਵਾਂ ਦੇ ਕੰਢੇ ਕਿਉਂ, ਨਹਿਰਾਂ ਦੇ ਕੰਢੇ ਕਿਉਂ? ਤੁਸੀਂ ਕਹਿੰਦੇ ਜਿਹੜੀ ਰਾਜਪੁਰੇ ਦੇ ਵਿੱਚ ਇੱਕ ਪਾਰਕ ਬਣਾਉਣਾ, ਤੁਸੀਂ ਉੱਥੇ ਸ਼ਿਫਟ ਕਰ ਦਿਓ ਉਸ ਜ਼ਮੀਨ ਦੇ ਉੱਤੇ। ਇਹੀ ਤਾਂ ਗੱਲ ਕਹਿ ਰਹੇ ਨੇ। ਇਹੀ ਗੱਲ ਜਦੋਂ ਹੁਣ ਤੁਸੀਂ ਵੇਈ ਨਦੀ, ਇਹੀ ਤਾਂ ਸੰਤ ਸੀਚੇਵਾਲ ਨੂੰ ਅਸੀਂ ਕਹਿ ਰਹੇ ਹਾਂ ਕਿ ਜੇ ਇੱਕ ਪਾਸੇ ਤਾਂ ਤੁਸੀਂ ਇਹ ਵੇਈ ਸਾਫ਼ ਕਰ ਰਹੇ ਹੋ, ਦੂਜੇ ਪਾਸੇ ਜਿਹੜਾ ਤੁਸੀਂ ਦਰਿਆ ਫੇਰ ਪੋਲਿਊਟ ਕਰੋਗੇ, ਤੀਜੇ ਦਰਖਤ ਕੱਟੇ ਜਾਣਗੇ। ਤੇ ਇਹੀ ਗੱਲ ਹੈ ਤੁਹਾਡੀ ਕਿ ਬਹੁਤ ਜਗ੍ਹਾ ਲੱਭੋ, ਉੱਥੇ ਜਿਹੜੀ ਜਗ੍ਹਾ ਵੀਰਾਨ ਪਈ ਹੈ, ਰੇਗਿਸਤਾਨ ਹੈ, ਉੱਥੇ ਲਾਓ ਇਹ ਜਿਹੜਾ ਟੈਕਸਟਾਈਲ ਪਾਰਕ ਬਣਾਓ। ਇੱਥੇ ਬਣਾਉਣ ਦੀ ਲੋੜ ਨਹੀਂ ਹੈ ਜੀ। ਵਾਲੀਆ ਸਾਹਿਬ ਅਗਲੀ ਖਬਰ ਜਿਹੜੀ ਹੈ ਉਹ 44,000 ਕਰੋੜ ਰੁਪਏ ਦਾ ਘਪਲਾ। ਕਹਿਣਾ ਤਾਂ ਬੜਾ ਸੌਖਾ ਹੋ ਜਾਂਦਾ ਹੈ, ਪਰ ਸੁਖਪਾਲ ਸਿੰਘ ਖਹਿਰਾ ਤੇ ਇੱਕ ਹੋਰ ਕੋਈ ਸਾਬਕਾ ਅਫਸਰ ਨੇ, ਉਹਨਾਂ ਨੇ ਸਾਹਮਣੇ ਆ ਕੇ ਇਸ ਘਪਲੇ ਦਾ ਖੁਲਾਸਾ ਕੀਤਾ। ਇਹਦੇ ਬਾਰੇ ਸਰਕਾਰ ਕੀ ਅਵੇਅਰ ਨਹੀਂ ਹੈਗੀ, ਜਾਂ ਫਿਰ ਇਹਦੇ ਵਿੱਚ ਕੁਝ ਅੰਦਰ ਖਾਤੇ ਕੋਈ ਨਾ ਕੋਈ ਇਹਦੇ ਵਿੱਚ ਵੀ ਕੋਈ ਕੁੰਡੀ ਹੈਗੀ ਹੈ ਜਿਹੜੀ ਸਰਕਾਰ ਨੂੰ ਪਤਾ ਹੈ? ਨਹੀਂ, ਦੇਖੋ ਪਹਿਲੀ ਤਾਂ ਗੱਲ ਜਿਹੜੀ ਇਹਨੂੰ ਘਪਲਾ ਹਾਲੇ ਨਾ ਕਹੀਏ ਵੀ 44,000 ਕਰੋੜ ਦਾ, ਅਸਲ ਦੇ ਵਿੱਚ ਘਪਲਾ ਜਿਹੜੀ ਡਰਾਈ ਪੋਰਟ ਹੈ ਨਾ ਲੁਧਿਆਣੇ ਦੀ ਢੰਡਾਰੀ ਵਾਲੀ, ਜਿੱਥੋਂ ਕੰਟੇਨਰ ਆਉਂਦੇ ਨੇ, ਉੱਥੋਂ ਦੀ ਗੱਲ ਹੈ। ਇਹ ਗੱਲ ਚੱਕੀ ਇੱਕ ਜਿਹੜੇ PCS ਅਲਾਈਡ ਹੁੰਦਾ ਹੈ, ਉਹ ਜਰਨਲਿਜ਼ਮ 'ਚ ਰਿਹਾ ਸਾਡਾ ਸਟੂਡੈਂਟ, ਕੈਪਟਨ ਸੀ ਪਹਿਲਾਂ ਆਰਮੀ 'ਚ, ਸ਼ਾਰਟ ਸਰਵਿਸ ਕਮਿਸ਼ਨ 'ਚ, ਉਸ ਤੋਂ ਬਾਅਦ PCS ਕਰਕੇ ਕੈਪਟਨ ਯਾਦਵਿੰਦਰ ਸਿੰਘ ਮਾਟਾ ਪਟਿਆਲੇ ਦੇ ਨੇ। ਮਾਟਾ ਸਾਹਿਬ ਰਿਟਾਇਰ ਹੋਏ ਨੇ ਉਸ ਡਿਪਾਰਟਮੈਂਟ ਤੋਂ। ਉਹ ਇਹ ਕਹਿੰਦੇ ਨੇ ਕਿ ਮੈਨੂੰ ਪਤਾ ਲੱਗਿਆ ਜਦੋਂ ਮੈਂ ਲੁਧਿਆਣੇ ਸੀ ਕਿ ਇੱਥੇ ਐਡੀ ਵੱਡੀ ਪੱਧਰ ਤੇ ਸਮਾਨ ਜਿਹੜਾ ਆਉਂਦਾ ਉਹਦਾ ਬੈਟ ਦੀ ਹੇਰਾਫੇਰੀ ਹੁੰਦੀ ਹੈ। ਉਹ ਕਹਿੰਦੇ ਹੈਰਾਨੀ ਤੁਹਾਨੂੰ ਵੀ ਉਹ ਲੋਕਾਂ ਨੂੰ ਉਹਨਾਂ ਨੇ ਦੱਸਿਆ ਜਾਂ ਪ੍ਰੈਸ ਨੂੰ ਦੱਸਿਆ ਕਿ ਜਿਵੇਂ ਕੋਈ LED ਮਿਲਦਾ ਹੈ, ਉਹ ਇੰਨਾ ਸਸਤਾ ਕਿਉਂ ਮਿਲਦਾ? ਕਿਉਂਕਿ ਜੇ ਤੁਸੀਂ ਦੁਕਾਨ ਤੇ ਜਾਂਦੇ ਹੋ ਤਾਂ ਬੈਟ ਲੈ ਕੇ ਉਹਦਾ ਖਰਚਾ ਵੱਧ ਜਾਂਦਾ, ਬੈਟ ਤੋਂ ਬਿਨਾਂ ਉਹ ਦੂਜੀ ਬਲੈਕ ਮਾਰਕੀਟ ਸਸਤਾ ਮਿਲਦਾ ਸੀ। ਤੇ ਉਹ ਕਹਿੰਦੇ ਮੈਂ ਜਦੋਂ ਇਹ ਗੱਲ ਫੜੀ ਤੇ ਮੈਂ ਆਪਦੇ ਅਫਸਰਾਂ ਦੇ ਧਿਆਨ 'ਚ ਲਿਆਂਦੀ, ਉਹਨਾਂ ਨੇ ਇਹਨੂੰ ਠੀਕ ਕਰਨ ਦੀ ਬਜਾਏ ਉਹਦੀ ਬਦਲੀ ਬਠਿੰਡੇ ਕਰਤੀ। ਤੇ ਉਹ ਫਿਰ ਕੈਪਟਨ ਨੇ ਖਹਿੜਾ ਨਹੀਂ ਛੱਡਿਆ, ਇਹਨਾਂ ਦਾ ਸਾਰੀ ਇਨਫੋਰਮੇਸ਼ਨ ਇਕੱਠੀ ਕਰ ਲਈ। ਅਕਾਲੀਆਂ ਦਾ ਰਾਜ ਸੀ, ਅਨੁਰਾਗ ਵਰਮਾ ਉਦੋਂ ਇੰਚਾਰਜ ਸੀ, ਤੇ ਉਹ ਕਹਿੰਦੇ ਵੀ ਇਹਨਾਂ ਨੂੰ ਕਿਹਾ ਕਿ ਤੁਸੀਂ ਕਰਦੇ ਨਹੀਂ। ਉਹ ਕਹਿੰਦੇ ਵੀ ਉਹਨਾਂ ਨੇ ਕਿਹਾ ਜੀ 96% ਠੀਕ ਹੈ,
ਕਹਿੰਦੇ ਮੈਂ ਡਾਕੂਮੈਂਟ ਸਾਰੇ ਪੇਸ਼ ਕਰਤੇ ਵੀ ਇਹਦੇ 'ਚ ਇੰਨੀ ਗੱਲ ਹੈ, ਕਿਉਂਕਿ ਘਪਲਾ ਇੱਥੇ ਆਉਂਦਾ ਵੀ ਕਿਉਂ ਬਚਾਇਆ ਜਾ ਰਿਹਾ ਸੀ ਵਪਾਰੀਆਂ ਨੂੰ ਤੇ ਅਫਸਰਾਂ ਨੂੰ, ਤੇ ਉਹਦੇ ਲਈ ਫਿਰ ਉਹਨਾਂ ਨੇ PIL ਪਾਤੀ, ਪਬਲਿਕ ਇੰਟਰਸਟ ਲਿਟੀਗੇਸ਼ਨ, ਹਾਈ ਕੋਰਟ 'ਚ। ਮਾਟਾ ਸਾਹਿਬ ਦਾ ਮੁੰਡਾ ਜਿਹੜਾ ਵਕੀਲ ਹੈ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਦੇ ਫਾਦਰ ਵੀ ਵਕੀਲ ਸੀ, ਤੋਂ ਵਕੀਲਾਂ ਦੀ ਫੈਮਿਲੀ ਹੈ, ਉਹਨਾਂ ਨੇ ਡਾਟਾ ਵਗੈਰਾ ਸਾਰਾ ਇਕੱਠਾ ਕਰਕੇ ਪੂਰਾ ਹੁਣ ਇੱਕ ਕੇਸ ਬਣਾ ਲਿਆ ਕਿ ਇਹਦੇ ਵਿੱਚ ਹਾਂ ਤਕਰੀਬਨ 53,000 ਕਰੋੜ ਦਾ ਉਹਨਾਂ ਦੇ ਕੋਲ ਹੈ ਜਿਹੜਾ ਅੰਕੜਾ, ਜਿਹਦੇ ਵਿੱਚੋਂ ਜਿਹੜੀ ਤੁਸੀਂ ਗੱਲ ਕੀਤੀ ਹੈ ਉਹਨਾਂ ਨੂੰ ਲੱਗਦਾ ਵੀ 44,000 ਕਰੋੜ ਤੇ ਬੈਟ ਦੀ ਹੇਰਾਫੇਰੀ ਹੋਈ ਹੈ। ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ, ਕੋਰਟ 'ਚ ਕੇਸ ਹੈ, ਅਕਤੂਬਰ 'ਚ ਪੇਸ਼ੀ ਹੈ, ਦੇਖਦੇ ਆ ਕੀ ਬਣਦਾ। ਸਤਪਾਲ ਖਹਿਰਾ ਇਹ ਕਹਿਣਾ ਚਾਹੁੰਦੇ ਨੇ, ਸਤਪਾਲ ਖਹਿਰਾ ਸਿਆਸੀ ਬੰਦਾ, ਉਹਨਾਂ ਨੂੰ ਲੱਗਦਾ ਹੈ ਕਿ ਇਹਦਾ ਕਿਤੇ ਨਾ ਕਿਤੇ ਸਿਆਸਤ ਤੋਂ ਬਿਨਾਂ ਇਹਦੇ 'ਚ ਗੱਲ ਨਹੀਂ ਬਣਨੀ, ਕਿਉਂਕਿ ਜਿਹੜੀ ਗੱਲ ਸਿਆਸਤ 'ਚ ਚੱਲਦੀ ਹੈ ਨਾ, ਉਹ ਉਹਨਾਂ ਨੂੰ ਨਜ਼ਰ ਆਉਂਦੀ ਹੈ ਕਿ ਸਿਆਸੀ ਬੰਦੇ ਹੀ ਇਹਦੇ ਵਿੱਚ ਹੁੰਦੇ ਨੇ, ਤੇ ਉਹਨਾਂ ਲਈ ਦੋਨੇ, ਚਾਹੇ ਇਹ ਕੁਝ ਚੱਲਦਾ ਰਿਹਾ ਪਹਿਲਾਂ ਅਕਾਲੀਆਂ ਦੇ ਟਾਈਮ, ਫਿਰ ਇਹ ਕਾਂਗਰਸ ਦੇ ਟਾਈਮ ਵੀ ਉਹਦੀ ਇਨਵੈਸਟੀਗੇਸ਼ਨ ਨਹੀਂ ਹੋਈ, ਤੋਂ ਉਹਨਾਂ ਨੂੰ ਲੱਗਦਾ ਕਿ ਇਹ ਘਪਲਾ ਉਹਨਾਂ ਦੀ ਰਜ਼ਾਮੰਦੀ ਨਾਲ ਜਾਂ ਉਹਨਾਂ ਦੀ ਮਿਲੀ ਭਗਤ ਨਾਲ ਹੋਇਆ। ਇਸ ਕਰਕੇ ਇਹ ਮਸਲਾ ਜਿਹੜਾ ਹੈ ਕਿ ਸੁਖਪਾਲ ਸਿੰਘ ਖਹਿਰਾ ਨਾਲ ਬੈਠ ਕੇ ਉਠਾ ਰਹੇ ਸੀ। ਵੈਸੇ 18 ਅਕਤੂਬਰ ਨੂੰ ਜਦੋਂ ਕੋਰਟ 'ਚ ਕੇਸ ਜਾਊਗਾ, ਸੁਣਵਾਈ ਹੋਊ, ਉਦੋਂ ਗੱਲ ਹੋਰ ਵੀ ਕਲੀਅਰ ਹੋਊਗੀ। ਜੀ, ਆਖਰੀ ਖਬਰ ਜਿਹੜੀ ਹੈ ਵਾਲੀਆ ਸਾਹਿਬ, ਉਹ ਹੈ ਮੁੱਖ ਮੰਤਰੀ ਜਿਹੜੇ ਰਹੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਲਾਜ ਦੌਰਾਨ UK ਵਿੱਚ ਨੇ, ਤੇ ਤਸਵੀਰਾਂ ਉਹਨਾਂ ਦੀਆਂ ਲਗਾਤਾਰ ਜਿਹੜੀਆਂ ਉੱਥੋਂ ਆ ਰਹੀਆਂ ਨੇ ਕਿ ਜੀ ਹੁਣ ਉਹ ਸਿਹਤਯਾਬ ਹੋ ਗਏ, ਹੁਣ ਉਹ ਵਾਪਸੀ ਕਰਨਗੇ ਭਾਰਤ ਨੂੰ, ਪੰਜਾਬ ਦੇ ਵਿੱਚ ਆਉਣਗੇ, ਤੇ ਉਧਰੋਂ ਕੇਂਦਰ ਦੇ ਵਿੱਚ ਵੀ ਹਲਚਲ ਸ਼ੁਰੂ ਹੋ ਗਈ ਹੈ, ਕਹਿੰਦੇ ਸ਼ਾਇਦ ਉਪ ਰਾਸ਼ਟਰਪਤੀ ਲਾ ਦੇਣਾ। ਤੇ ਇਹਦਾ ਫਾਇਦਾ ਕੀ ਮਤਲਬ ਕਿ ਕੇਂਦਰ ਸਰਕਾਰ ਇਹਦੇ ਨਾਲ ਸ਼ੋਅ ਕਰਨਾ ਚਾਹੁੰਦੀ ਆ ਕਿ ਅਸੀਂ ਸਿੱਖਾਂ ਨੂੰ ਫਾਇਦਾ ਦੇਣਾ ਚਾਹੁੰਦੇ ਆ, ਪਰ ਕੀ ਅੱਜ ਕੱਲ ਕੈਪਟਨ ਸਾਹਿਬ ਦੀ ਮਕਬੂਲੀਅਤ ਹੈ ਪੰਜਾਬ ਦੇ ਵਿੱਚ ਜਾਂ ਨਹੀਂ? ਦੇਖੋ, ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਇੱਕ ਰਣਨੀਤੀ ਹੈ, ਉਹਦੀ ਰਣਨੀਤੀ ਹੈ ਕਿ ਅਸੀਂ ਇੱਕ ਟਾਰਗੇਟ ਫਿਕਸ ਕਰਨਾ ਹੈ ਤੇ ਬਾਈ ਹੁੱਕ ਔਰ ਬਾਈ ਕਰੁੱਕ ਅਸੀਂ ਉਹ ਟਾਰਗੇਟ ਨੂੰ ਪੂਰਾ ਕਰਨਾ ਹੈ, ਜੋ ਮਰਜ਼ੀ ਹੋ ਜੇ। ਇਹੀ ਕਾਰਨ ਹੈ ਕਿ ਉਹ ਜਿਹੜਾ ਮਰਜ਼ੀ ਇਲਜ਼ਾਮ ਲੱਗਣ, ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿਤਾ ਕਿ ਨੂਪੁਰ ਸ਼ਰਮਾ ਨੇ ਸਾਰੇ ਦੇਸ਼ ਨੂੰ ਅੱਗ 'ਚ ਧੱਕਤਾ, ਸਾਰੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ, ਪੈਗੰਬਰ ਮੁਹੰਮਦ ਦੀ ਉਹਨੇ ਅਪਮਾਨ ਕੀਤਾ, ਔਰ ਜਿਹੜੀ ਨੂਪੁਰ ਸ਼ਰਮਾ ਨੇ ਅੱਜ ਉਦੇਪੁਰ ਵਾਲਾ ਜਿਹੜਾ ਘਟਨਾ ਹੋਈ ਹੈ ਉਹ ਵੀ ਉਹਦੇ ਕਰਕੇ ਹੋਈ ਹੈ। ਹਾਲੇ ਇਹ ਗੱਲ ਨਹੀਂ ਸੁਪਰੀਮ ਕੋਰਟ ਤੇ ਯਾਦ ਆਈ ਕਿ ਕਾਬਲ ਦੇ ਵਿੱਚ ਜੋ ਗੁਰਦੁਆਰੇ ਤੇ ਅਟੈਕ ਹੋਇਆ ਸੀ ਉਹ ਵੀ ਨੂਪੁਰ ਸ਼ਰਮਾ ਦੇ ਪੈਗੰਬਰ ਮੁਹੰਮਦ ਦੀ ਟਿੱਪਣੀ ਕਾਰਨ ਹੋਇਆ ਸੀ। ਤੋਂ ਜਦੋਂ ਇਸ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਇਹ ਸਮਝਦੀ ਹੈ ਕਿ ਇਹ ਬਹੁਤ ਵਧੀਆ ਹਿੰਦੂਤਵ ਦੇ ਨਾਂ ਤੇ ਅਸੀਂ ਜਿੱਤਣਾ, ਇਹੀ ਫਿਰ ਰਣਨੀਤੀ ਉਹਨਾਂ ਨੇ 120 ਬੰਦੇ ਹੋਣ ਤੇ ਉਹਨਾਂ ਨੇ ਸ਼ਿਵ ਸੈਨਾ ਦਾ ਬਾਗੀ ਇਕਨਾਥ ਜਿਹੜਾ ਸ਼ਿੰਦੇ ਆ ਉਹਨੂੰ ਮੁੱਖ ਮੰਤਰੀ ਬਣਾਇਆ, ਤੇ ਉਹਦੇ ਪਿੱਛੇ ਇਹੀ ਹੈ ਵੀ ਕਿਸੇ ਤਰੀਕੇ ਨਾਲ ਜਿਹੜੀ ਹੋਰ ਪਾਰਟੀ ਹਿੰਦੂਤਵ ਦੀ ਗੱਲ ਕਰਦੀ ਹੈ ਉਹਨੂੰ ਖਤਮ ਕਰੀਏ। ਉਹ ਬਿਲਕੁਲ ਉਸੇ ਤਰੀਕੇ ਨਾਲ ਉਹ ਪੰਜਾਬ ਦੇ ਵਿੱਚ ਪੈਰ ਜਮਾਉਣਾ ਚਾਹੁੰਦੇ ਨੇ, ਤੇ ਪੈਰ ਜਮਾਉਣ ਲਈ ਉਹਨਾਂ ਨੂੰ ਬੰਦੇ ਚਾਹੀਦੇ ਨੇ। ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨਾਲ ਪਹਿਲਾਂ ਵੀ ਅਮਿਤ ਸ਼ਾਹ ਦੀ ਸਾਂਝ ਸੀ, ਤਾਂ ਉਹ ਪੁਰਾਣੀ ਸਾਂਝ ਜਿਹੜੀ ਹੈ ਉਹਦੇ ਕਾਰਨ ਹੀ ਇਹਨਾਂ ਨੂੰ ਇਹ 2575 ਤੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ। ਤੋਂ ਇਹ ਸਾਰੇ ਦੇ ਵਿੱਚ ਜਦੋਂ ਉਹਨਾਂ ਨੂੰ ਉਤਾਰਿਆ ਜਾਂਦਾ, ਲਾਹਿਆ ਜਾਂਦਾ, ਤੇ ਫਿਰ ਉਹ ਕਹਿੰਦੇ ਨੇ ਵੇਟ ਐਂਡ ਵਾਚ। ਅਸੀਂ ਵੇਟ ਵੀ ਕਰਦੇ ਰਹੇ, ਵਾਚ ਵੀ ਕੀਤਾ, ਲੇਕਿਨ ਹੌਲੀ ਹੌਲੀ ਸਿੱਧੇ ਤੌਰ ਤੇ ਇਹ ਹੋ ਸਕਦਾ ਇਹਨਾਂ ਦੀ ਕੰਸੈਂਟ ਨਾਲ ਹੀ ਗਏ ਹੋਣ, ਕਦੇ ਰਾਣਾ ਸੋਢੀ, ਕਦੇ ਸਿੱਧੂ, ਕਦੇ ਸੁਨੀਲ ਜਾਖੜ, ਸਭ ਇਹਨਾਂ ਦੇ ਸਾਥੀ ਪੁਰਾਣੇ ਭਾਰਤੀ ਜਨਤਾ ਪਾਰਟੀ ਚਲੇ ਗਏ। ਹੁਣ ਪਤਾ ਇਹ ਲੱਗਿਆ ਕਿ ਜਦੋਂ ਉਹ ਠੀਕ ਹੋ ਕੇ ਆਉਂਦੇ ਨੇ ਇੰਗਲੈਂਡ ਤੋਂ, ਜਿੱਥੇ ਉਹਨਾਂ ਦਾ ਪਿੱਠ ਦਾ ਇਲਾਜ ਹੋਇਆ, ਸਰਜਰੀ ਹੋਈ ਹੈ ਬੈਕਬੋਨ ਦੀ, ਉਦੋਂ ਬਾਅਦ ਉਹ
ਜਿਹੜੀ ਉਹਨਾਂ ਦੀ ਪੰਜਾਬ ਲੋਕ ਕਾਂਗਰਸ ਹੈ ਉਸ ਨੂੰ ਜਿਹੜਾ ਹੈ ਮਰਜ ਕਰ ਦਿੱਤਾ ਜਾਊ, ਰਲੇਵਾ ਹੋ ਜਾਊ ਭਾਰਤੀ ਜਨਤਾ ਪਾਰਟੀ 'ਚ। ਹੁਣ ਭਾਰਤੀ ਜਨਤਾ ਪਾਰਟੀ ਜਿਹੜਾ ਤੁਸੀਂ ਸਵਾਲ ਕੀਤਾ ਹੈ ਉਹ ਇਹ ਸਮਝਦੀ ਹੈ ਕਿ ਕਿਸਾਨਾਂ ਨਾਲ ਕੈਪਟਨ ਦੇ ਰਿਲੇਸ਼ਨ ਠੀਕ ਨੇ। ਜਦੋਂ ਕਿਸਾਨ ਲਹਿਰ ਚੱਲਦੀ ਸੀ ਤੇ ਕਿਸਾਨਾਂ ਨੂੰ ਇਹ ਗੱਲ ਸਹੀ ਵੀ ਲੱਗਦੀ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਹੈਂਡਲ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਤੇ ਕੋਈ ਕੇਸ ਨਹੀਂ ਕੀਤਾ, ਉਹ ਰੇਲ ਵੀ ਸੜਕਾਂ ਵੀ ਰੋਕਦੇ ਰਹੇ। ਤਾਂ ਉਹ ਸਾਰੇ 'ਚ ਉਹਦਾ ਫਾਇਦਾ ਉਠਾਉਣਾ ਚਾਹੁੰਦੀ ਹੈ ਕਿ ਇੱਕ ਅਜਿਹਾ ਸਿੱਖ ਚਿਹਰਾ ਜਿਹੜਾ ਕਾਂਗਰਸ ਦੇ ਵਿੱਚੋਂ, ਜਿਸ ਨੇ 1984 ਦੇ ਵਿੱਚ ਜਿਹੜਾ ਗੋਲਡਨ ਤੇ ਟੈਂਪਲ ਤੇ ਜਦੋਂ ਅਟੈਕ ਹੁੰਦਾ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ, ਕਾਂਗਰਸ ਤੋਂ ਉਹ ਛੱਡਦੇ ਨੇ ਆਪਣੀ ਮੈਂਬਰਸ਼ਿਪ ਲੋਕ ਸਭਾ ਦੀ, ਜਾਂ ਉਹ ਬੰਦਾ ਜਿਹੜਾ ਸੋਨੀਆ ਗਾਂਧੀ ਦੇ ਹੁਕਮ ਤੋਂ ਬਿਨਾਂ ਪਾਣੀਆਂ ਦਾ ਮਸਲਾ ਜਿਹੜਾ ਉਹਦਾ ਟਰਮੀਨੇਸ਼ਨ ਐਕਟ ਲੈ ਕੇ ਆਉਂਦਾ, ਉਹ ਉਹਨਾਂ ਨੂੰ ਜਿਹੜਾ ਨੈਸ਼ਨਲਿਜ਼ਮ ਦੀ ਗੱਲ ਕਰਦਾ, ਪਾਕਿਸਤਾਨ ਦੇ ਵਿਰੁੱਧ ਲਗਾਤਾਰ ਬੋਲਦਾ ਰਿਹਾ, ਅਮਨ ਕਾਨੂੰਨ ਦੀ ਗੱਲ, ਕਿ ਇਹ ਬੰਦਾ ਉਹਨਾਂ ਨੂੰ ਸੂਟ ਕਰਦਾ ਕਿ ਪੰਜਾਬ 'ਚ ਇੱਕ ਵੱਡਾ ਕੱਦ ਵਾਲਾ, ਉਹ ਕੱਦ ਵਾਲਾ ਬੰਦਾ ਜਿਹੜਾ ਉਹਨਾਂ ਦੇ ਕੱਦ ਵਾਲੇ ਬੰਦੇ ਨੂੰ, ਅਰੁਣ ਜੇਤਲੀ ਵਰਗੇ ਬੰਦੇ ਨੂੰ ਹਰਾਇਆ, ਉਹ ਵੀ ਮੋਦੀ ਲਹਿਰ ਦੇ ਦੌਰਾਨ, ਉਹ ਉਹਨਾਂ ਨੂੰ ਲੱਗਦਾ ਕਿ ਬੰਦਾ ਠੀਕ ਸਾਡੇ ਲਈ ਹੈ। ਤੇ ਫਿਰ ਉਹ ਸਿੱਖਾਂ ਨੂੰ ਵੀ ਕੁਛ ਕਰਨਾ ਚਾਹੁੰਦੇ ਨੇ। ਹਾਲੇ ਤੱਕ ਕੋਈ ਸਿੱਖ ਉਪ ਰਾਸ਼ਟਰਪਤੀ ਨਹੀਂ ਬਣਿਆ। ਹੁਣ ਵੈਂਕਈਆ ਨਾਇਡੂ ਜਿਹੜੇ ਹੁਣ ਉਪ ਰਾਸ਼ਟਰਪਤੀ ਨੇ, ਇਹਨਾਂ ਦਾ ਕਾਰਜਕਾਲ ਖਤਮ ਹੋਣਾ ਹੈ 11 ਅਗਸਤ ਨੂੰ। 6 ਅਗਸਤ ਨੂੰ ਉਪ ਰਾਸ਼ਟਰਪਤੀ ਦੀ ਚੋਣ ਹੋਣੀ ਹੈ। 19 ਜੁਲਾਈ ਤੱਕ ਨਾਮਜ਼ਦਗੀਆਂ ਜਾਣੀਆਂ ਨੇ। ਉਦੋਂ ਤੱਕ ਇਹਨਾਂ ਨੇ ਆ ਜਾਣਾ ਇੰਗਲੈਂਡ ਤੋਂ। ਤੇ ਕਿਆਸ ਰਾਈਆਂ ਇਹ ਲੱਗ ਰਹੀਆਂ ਨੇ ਕਿ ਇੱਥੇ ਇਸ ਵਾਰ ਪਹਿਲੀ ਵਾਰ ਕੋਈ ਉਪ ਰਾਸ਼ਟਰਪਤੀ ਸਿੱਖ ਨੂੰ ਬਣਾਇਆ ਜਾ ਸਕਦਾ, ਤਾਂ ਕਿ ਪੰਜਾਬ ਦੇ ਸਿੱਖਾਂ ਨੂੰ ਇੱਕ ਸੁਨੇਹਾ ਦਿੱਤਾ ਜਾ ਸਕੇ। ਪੋਸੀਬਿਲਿਟੀ ਹੈ, ਦੇਖੋ ਕਿੰਨਾ ਕੁ ਇਹਦੇ 'ਚ ਸੱਚ ਹੈ। ਵਾਲੀ ਸਾਹਿਬ, ਜਾਂਦੇ ਜਾਂਦੇ ਇੱਕ ਖਬਰ ਵੱਲ ਮੇਰਾ ਧਿਆਨ ਗਿਆ ਕਿ ਰਵੀ ਸਿੰਘ ਜਿਹੜੇ ਖਾਲਸਾ ਏਡ ਵਾਲੇ ਨੇ, ਉਹਨਾਂ ਦਾ ਟਵਿੱਟਰ ਅਕਾਊਂਟ ਬੈਨ ਕੀਤਾ ਗਿਆ। ਪਿਛਲੇ ਦਿਨੀ ਸਿੱਧੂ ਮੂਸੇਵਾਲੇ ਦਾ SYL ਗਾਣਾ ਬੈਨ ਕੀਤਾ ਗਿਆ, ਜਾਂ ਹੋਰ ਵੀ ਜਦੋਂ ਕੇਂਦਰ ਵੱਲੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਸਾਹਮਣੇ ਆਉਂਦੀਆਂ ਤਾਂ ਏਦਾਂ ਲੱਗਦਾ ਹੈ ਕਿ ਬੋਲਣ ਦੀ ਆਜ਼ਾਦੀ ਜਿਹੜੀ ਹੈ, ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਜਿਹੜੀ ਹੈ, ਉਹਨੂੰ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ਉਹਦੀ। ਇਹ ਗੱਲ ਤਾਂ ਸੁਪਰੀਮ ਕੋਰਟ ਨੇ ਵੀ ਕਹਿਤੀ। ਸੁਪਰੀਮ ਕੋਰਟ ਕਹਿੰਦੀ ਹੈ ਕਿ ਨੂਪਰ ਸ਼ਰਮਾ ਨੂੰ ਕਿਸੇ ਨੇ ਟੱਚ ਤੱਕ ਨਹੀਂ ਕੀਤਾ, ਉਹਨੇ ਪੈਗੰਬਰ ਮੁਹੰਮਦ ਦੀ ਅਪਮਾਨ ਕੀਤਾ। ਜਿਹਨੇ 4 ਸਾਲ ਪਹਿਲਾਂ ਟਵੀਟ ਕੀਤਾ ਸੀ ਜ਼ੁਬੈਰ ਮੁਹੰਮਦ, ਉਹਨਾਂ ਨੂੰ ਪੁਲਿਸ ਫੜੀ ਬੈਠੀ ਹੈ, ਪੱਤਰਕਾਰ ਨੂੰ। ਇਹ ਗੱਲ ਤਾਂ ਪਹਿਲਾਂ ਹੀ ਹੈ। ਔਰ ਇਹ ਗੱਲ ਇਹਨਾਂ ਦੇ ਜਿਹੜੀ ਰਵੀ ਸਿੰਘ ਦੀ ਖਾਲਸਾ ਏਡ ਦੀ ਹੋਈ ਹੈ, ਇਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਾਂ ਤਾਂ ਖਾਲਸਾ 9 ਤੋਂ ਉਹਨਾਂ ਨੂੰ ਲੱਗਦਾ, ਕਿਉਂਕਿ ਖਾਲਿਸਤਾਨ ਵਾਲਾ ਗੁਰਪਤਵੰਤ ਪੰਨੂ ਜਿਹੜਾ ਖਾਲਿਸਤਾਨ ਜਿੰਦਾਬਾਦ ਕਰਦਾ, ਉਹਦੇ ਨਾਲ ਜੋੜ ਕੇ ਦੇਖ ਲੈਣ। ਨਹੀਂ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਖਾਲਸਾ ਏਡ ਨੇ ਤਾਂ ਦੁਨੀਆ 'ਚ ਲੰਗਰ ਲਾ ਕੇ ਜਿੱਥੇ ਵੀ ਕਦੇ ਲੋੜ ਪੈਂਦੀ ਹੈ, ਜਹੀ 'ਚ ਵੀ ਲੋੜ ਪੈਂਦੀ ਹੈ, ਚਾਹੇ ਉਹ ਕੋਈ ਨੈਚੁਰਲ ਕੋਈ ਫਲੱਡ ਆਇਆ, ਨੈਚੁਰਲ ਕਲੈਮਿਟੀ ਹੈ, ਜਾਂ ਕੋਈ ਲੜਾਈ ਝਗੜਾ ਵੀ ਹੈ, ਜਾਂ ਵੈਸੇ ਭੁੱਖਮਰੀ ਹੈ, ਉੱਥੇ ਸਿੱਖ ਪਹੁੰਚਦੇ ਨੇ। ਉਹ ਐਡਾ ਵੱਡਾ ਕੰਮ ਕਰ ਰਹੇ ਹੋ ਤਾਂ ਨੋਬਲ ਪ੍ਰਾਈਜ਼ ਬਾਰੇ ਰਿਕਮੈਂਡ ਕੀਤਾ ਜਾ ਰਿਹਾ, ਤੇ ਤੁਸੀਂ ਉਹਦਾ ਟਵਿੱਟਰ ਅਕਾਊਂਟ ਇਸ ਕਰਕੇ ਬੰਦ ਕਰ ਦਿਓ ਕਿ ਉਹ SYL ਜਾਂ ਉਹ ਇਸ ਤਰ੍ਹਾਂ ਦੇ ਗਾਣੇ ਤੇ ਉਹਨੇ ਸਪੋਰਟ ਕੀਤੀ ਹੈ। ਮੇਰਾ ਖਿਆਲ ਹੈ ਕਿ ਸਰਕਾਰ ਨੂੰ ਘੱਟੋ ਘੱਟ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਜੇ ਉਹਨੇ ਇਸ ਕਰਕੇ ਕੀਤਾ। ਜੀ ਸ਼ੁਕਰੀਆ ਵਾਲੀਆ ਸਾਹਿਬ, ਧੰਨਵਾਦ ਤੁਹਾਡਾ। ਜੀ ਸ਼ੁਕਰੀਆ, ਥੈਂਕ ਯੂ। ਧੰਨਵਾਦ।